ਤਸਵੀਰ ਲੋਕਾਂ ਨੇ ਤੁਹਾਡੇ ਇਕੱਠਿਆਂ ਦੀ ਖੜਿਆਂ ਦੀ ਬਹੁਤ ਘੱਟ ਦੇਖੀ ਹੈ ਪਿਛਲੇ ਸਮਿਆਂ ਤੋਂ। ਪਹਿਲਾਂ ਤਾਂ ਬਹੁਤ ਇਕੱਠੇ ਰਹੇ ਹੋ, ਨਿੱਜੀ ਮਫਾਦ ਕਿਵੇਂ ਦੂਰ ਹੋਏ ਹੈ ਜਾਂ ਦਿਲਾਂ ਦੀਆਂ ਕੜਤਨਾਂ ਵੀ ਦੂਰ ਹੋਈਆਂ? ਉਦਾਂ ਸਾਡੇ ਵਿੱਚ ਕਦੇ ਕੋਈ ਮਤਭੇਦ ਨਹੀਂ। ਸਾਡੇ ਪਰਸਨਲੀ ਸਾਡਾ ਕੋਈ ਕਿਸੇ ਨਾਲ ਵਿਰੋਧ ਨਹੀਂ। ਪਰਸਨਲੀ ਇੱਕ ਦੂਜੇ ਨੂੰ ਅਸੀਂ ਉਨੇ ਪਿਆਰ ਸਤਿਕਾਰ ਦਿੰਦੇ ਆ। ਇਕੱਠੇ ਨਹੀਂ ਹੁੰਦੇ ਦੇਖਿਆ ਨਾ ਲੋਕਾਂ ਨੇ? ਨਹੀਂ, ਕਈ ਵਾਰੀ ਮੌਕਾ ਲੱਗਦਾ, ਪ੍ਰੈਸ ਨੂੰ ਨਹੀਂ ਲੱਗਦੇ ਇਕੱਠੇ ਹੁੰਦੇ। ਉਦਾਂ ਅਸੀਂ ਜਦੋਂ ਸਮਾਗਮ ਸੋਸ਼ਲ ਸਮਾਗਮ ਹੁੰਦੇ ਨੇ ਉਹਦੇ ਇਕੱਠੇ ਹੁੰਦੇ ਆ। ਲਖਵਾਲ ਸਾਹਿਬ, ਕੀ ਆਈਡੀਓਲੋਜੀਕਲ ਡਿਫਰੈਂਸਸ ਸੀਗੇ? ਐਵੇਂ ਗਲਤਫਹਿਮੀਆਂ ਹੋ ਜਾਂਦੀਆਂ ਨੇ। ਹੁਣ ਇਹ ਨਾ ਕਹਿ ਦਿਓ ਮੀਡੀਆ ਨੇ ਬਣਾਈਆਂ। ਠੀਕ ਆ, ਇਹਦੇ ਕੋਲ ਬੁਲਟ ਹੁੰਦਾ ਸੀ ਤੇ ਉਹ ਬੁਲਟ ਬਣਾ ਲਿਆ। ਮੇਰੇ ਕੋਲ ਵੈਸਪਾ ਸਕੂਟਰ ਹੁੰਦਾ ਸੀ, ਹੁਣ ਵੀ ਰੱਖਿਆ ਹੋਇਆ ਨਮੂਨਾ। ਉਹ ਬੁਲਟ ਬਣਾ ਲਿਆ। ਬੜੀ ਔਖੀ ਯੂਨੀਅਨ ਖੜੀ ਕੀਤੀ ਹੈ। ਦੋਵੇਂ ਜਣੇ ਬਹਿ ਕੇ ਜਾਂ ਮੇਰੇ ਬੁਲਟ ਵੈਸਪਾ ਤੇ ਹੁੰਦੇ ਸੀ ਜਾਂ ਇਹਦੇ ਬੁਲਟ ਤੇ ਹੁੰਦੇ ਸੀ। ਦੇਖੋ, ਲੋਕਾਂ ਨੇ ਕਹਿਣਾ ਬਾਅਦ ਵੀ ਇਹ ਬੁਲਟ ਤੇ ਹੁੰਦੇ ਸੀ, ਹੁਣ ਇਨੋਵਾ ਤੇ ਹੁੰਦੇ ਆ। ਫਿਰ ਤੁਸੀਂ ਕਹਿਣਾ ਕਿ ਮੀਡੀਆ ਨੇ ਗੱਲ ਬਣਾਈ ਹੈ। ਨਹੀਂ, ਇਹ ਤਾਂ ਸਮੇਂ ਦੇ ਨਾਲ ਦੇਖੋ ਜੀ, ਉਸ ਵੇਲੇ ਬੁਲਟ ਇਹ ਬਹੁਤ ਬੜੀ ਗੱਲ ਸੀ। ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਦੀ ਅਗਲੀ ਰੂਪਰੇਖਾ ਦੇ ਤਹਿਤ 5 ਮੈਂਬਰੀ ਕਮੇਟੀ ਬਣਾਈ ਗਈ ਹੈ। ਕਮੇਟੀ ਇਸ ਵੇਲੇ ਸਾਡੇ ਨਾਲ ਹੈ। ਸਤਨਾਮ ਸਿੰਘ ਸਾਨੀ ਸਾਹਿਬ ਨੇ, ਅਜਮੇਰ ਸਿੰਘ ਲੱਖੋਵਾਲ ਸਾਹਿਬ ਨੇ, ਬਲਬੀਰ ਸਿੰਘ ਰਾਜੇਵਾਲ ਸਾਹਿਬ, ਜਗਜੀਤ ਸਿੰਘ ਡੱਲੇਵਾਲ ਸਾਹਿਬ ਤੇ ਹਰਮੀਤ ਸਿੰਘ ਕਾਦੀਆਂ। ਸਾਰੇ ਆਪੋ ਆਪਣੀਆਂ ਜਥੇਬੰਦੀਆਂ ਦੇ ਪ੍ਰਧਾਨ ਨੇ। ਸਭ ਤੋਂ ਪਹਿਲਾਂ ਰਾਜੇਵਾਲ ਸਾਹਿਬ, ਇਹ ਤਸਵੀਰ ਲੋਕਾਂ ਨੇ ਤੁਹਾਡੇ ਇਕੱਠਿਆਂ ਦੀ ਖੜਿਆਂ ਦੀ ਬਹੁਤ ਘੱਟ ਦੇਖੀ ਹੈ ਪਿਛਲੇ ਸਮਿਆਂ ਤੋਂ। ਪਹਿਲਾਂ ਤਾਂ ਬਹੁਤ ਇਕੱਠੇ ਰਹੇ ਹੋ, ਨਿੱਜੀ ਮਫਾਦ ਕਿਵੇਂ ਦੂਰ ਹੋਏ ਹੈ? ਨਹੀਂ, ਨਿੱਜੀ ਮਫਾਦ ਕੋਈ ਨਹੀਂ ਸੀ। ਕੋਈ ਹਾਲਾਤ ਹੁੰਦੇ ਨੇ, ਉਹਦੇ ਕਰਕੇ ਇਸ ਵੇਲੇ ਅਲੱਗ ਰਾਹ ਤੁਰ ਪਏ ਤੇ ਹੁਣ ਫੇਰ ਹਾਲਾਤ ਐਸੇ ਬਣੇ, ਫੇਰ ਸਾਰੇ ਇਕੱਠੇ ਹੋ ਗਏ। ਇਹ ਤਾਂ ਹਾਲਾਤ ਪੈਦਾ ਬੰਦੇ ਨੂੰ ਇਕੱਠੇ ਕਰਦੇ ਨੇ, ਹਾਲਾਤ ਹੀ ਅਲੱਗ ਕਰਦੇ ਨੇ। ਇਹ ਸੰਸਾਰ ਵਿੱਚ ਇਦਾਂ ਚੱਲਦਾ ਰਹਿੰਦਾ ਹੈ। ਇਹ ਮੋਮੈਂਟਰੀ ਹੈ, ਮਤਲਬ ਸਿਰਫ ਇਸ ਸੰਘਰਸ਼ ਵਾਸਤੇ ਜਾਂ ਦਿਲਾਂ ਦੀਆਂ ਕੜਤਨਾਂ ਵੀ ਦੂਰ ਹੋਈਆਂ? ਉਦਾਂ ਸਾਡੇ ਵਿੱਚ ਕਦੇ ਕੋਈ ਮਤਭੇਦ ਨਹੀਂ। ਸਾਡੇ ਪਰਸਨਲੀ ਸਾਡਾ ਕੋਈ ਕਿਸੇ ਨਾਲ ਵਿਰੋਧ ਨਹੀਂ। ਪਰਸਨਲੀ ਇੱਕ ਦੂਜੇ ਨੂੰ ਅਸੀਂ ਉਨੇ ਪਿਆਰ ਸਤਿਕਾਰ ਦਿੰਦੇ ਆ। ਸਾਡੇ ਉਹੀ ਸੰਬੰਧ ਜਿਹੜੇ 50 ਸਾਲ ਪਹਿਲਾਂ ਅਜਮੇਰ ਸਿੰਘ ਨਾਲ ਸੀ, ਉਹ ਮੇਰੇ ਅੱਜ ਨੇ। ਇਹ ਕੋਈ ਗੱਲ ਨਹੀਂ। ਇਕੱਠੇ ਨਹੀਂ ਹੁੰਦੇ ਦੇਖਿਆ ਨਾ ਲੋਕਾਂ ਨੇ? ਨਹੀਂ, ਕਈ ਵਾਰੀ ਮੌਕਾ ਲੱਗਦਾ, ਪ੍ਰੈਸ ਨੂੰ ਨਹੀਂ ਲੱਗਦੇ ਇਕੱਠੇ ਹੁੰਦੇ। ਉਦਾਂ ਅਸੀਂ ਜਦੋਂ ਸਮਾਗਮ ਸੋਸ਼ਲ ਸਮਾਗਮ ਹੁੰਦੇ ਨੇ ਉਦੋਂ ਅਸੀਂ ਇਕੱਠੇ ਹੁੰਦੇ ਆ। ਇਹਨਾਂ ਦੇ ਹਰ ਦੁੱਖ ਸੁੱਖ 'ਚ ਮੈਂ ਜਾਣਦਾ, ਇਹ ਮੇਰੇ ਆਉਂਦੇ ਨੇ। ਇਦਾਂ ਤਾਂ ਉਹ ਤਾਂ ਚੱਲਦਾ, ਸਮਾਜਿਕ ਭਾਈਚਾਰਾ ਚੱਲਦਾ। ਲਖਵਾਲ ਸਾਹਿਬ, ਕੀ ਆਈਡੀਓਲੋਜੀਕਲ ਡਿਫਰੈਂਸਸ ਸੀਗੇ? ਕੋਈ ਡਿਫਰੈਂਸਸ ਨਹੀਂ ਸੀਗਾ ਜੀ। ਐਵੇਂ ਗਲਤਫਹਿਮੀਆਂ ਹੋ ਜਾਂਦੀਆਂ ਨੇ। ਹੁਣ ਇਹ ਨਾ ਕਹਿ ਦਿਓ ਮੀਡੀਆ ਨੇ ਬਣਾਈਆਂ। ਨਹੀਂ, ਮੈਂ ਨਹੀਂ ਕਹਿੰਦਾ ਮੀਡੀਆ ਨੇ ਬਣਾਈਆਂ। ਨਾ ਮੀਡੀਆ ਬਣਾ ਸਕਦਾ ਜੇ ਮਨ ਠੀਕ ਹੋਵੇ। ਇਹ ਥੋੜ੍ਹੇ ਜਿਹੜੇ ਡਿਫਰੈਂਸਸ ਪਏ ਨੇ, ਉਹ ਹੌਲੀ ਹੌਲੀ ਸੋਸ਼ਲੀ ਤੌਰ 'ਤੇ ਤਾਂ ਅਸੀਂ ਇਕੱਠੇ ਹੀ ਹਾਂ ਜੀ। ਜਿਵੇਂ ਚੇਅਰਮੈਨ ਗਿਆ ਬਣਿਆ ਤਾਂ ਕੁਰਸੀ 'ਤੇ ਮੈਨੂੰ ਬਿਠਾ ਕੇ ਆਇਆ ਜੀ। ਜੇ ਅਸੀਂ ਉੱਥੇ ਪੈਟਰੋਲ ਪੰਪ ਲਾਇਆ, ਉਹਦਾ ਉਦਘਾਟਨ ਇਹਨੇ ਕਰਿਆ ਸਮਰਾਲੇ ਜੀ, ਰਾਜੇਵਾਲ ਨੇ। ਅਸੀਂ ਤਾਂ ਮੋਟਰਸਾਈਕਲ 'ਤੇ ਕੰਮ ਕਰਿਆ ਜੀ, ਛੋਟੇ ਭਰਾ ਵੱਡੇ ਭਰਾਵਾਂ ਨੂੰ। ਅਸੀਂ ਇਕੱਠੇ ਹੀ ਹਾਂ। ਠੀਕ ਆ, ਇਹਦੇ ਕੋਲ ਬੁਲਟ ਹੁੰਦਾ ਸੀ ਤੇ ਉਹ ਬੁਲਟ ਬਣਾ ਲਿਆ। ਮੇਰੇ ਕੋਲ ਵੈਸਪਾ ਸਕੂਟਰ ਹੁੰਦਾ ਸੀ, ਹੁਣ ਵੀ ਰੱਖਿਆ ਹੋਇਆ ਨਮੂਨਾ। ਉਹ ਬੁਲਟ ਬਣਾ ਲਿਆ। ਉਹ ਬੜੀ ਔਖੀ ਯੂਨੀਅਨ ਖੜੀ ਕੀਤੀ ਹੈ। ਦੋਵੇਂ ਜਣੇ ਬਹਿ ਕੇ ਜਾਂ ਮੇਰੇ ਬੁਲਟ ਵੈਸਪਾ ਤੇ ਹੁੰਦੇ ਸੀ ਜਾਂ ਇਹਦੇ ਬੁਲਟ ਤੇ ਹੁੰਦੇ ਸੀ। ਦੇਖੋ, ਲੋਕਾਂ ਨੇ ਕਹਿਣਾ ਬਾਅਦ ਵੀ ਇਹ ਬੁਲਟ ਤੇ ਹੁੰਦੇ ਸੀ, ਹੁਣ ਇਨੋਵਾ ਤੇ ਹੁੰਦੇ ਆ। ਫਿਰ ਤੁਸੀਂ ਕਹਿਣਾ ਕਿ ਮੀਡੀਆ ਨੇ ਗੱਲ ਬਣਾਈ ਹੈ। ਨਹੀਂ, ਇਹ ਤਾਂ ਸਮੇਂ ਦੇ ਨਾਲ ਦੇਖੋ ਜੀ, ਉਸ ਵੇਲੇ ਬੁਲਟ ਇਹ ਬਹੁਤ ਬੜੀ ਗੱਲ ਸੀ। ਉਸ ਵੇਲੇ ਵੈਸਪਾ ਵੀ ਕਿਸੇ ਦੇ ਕੋਲ ਕਿੱਥੇ ਹੁੰਦਾ ਸੀ। ਅੱਜ ਫਿਰ ਸਮੇਂ ਦੇ ਨਾਲ ਸਭ ਕੁਝ ਬਦਲ ਗਿਆ। ਹੁਣ ਤਾਂ ਇਨੋਵਾ ਤੋਂ ਵੀ ਗਾਂਹ ਗੱਡੀਆਂ ਆ ਗਈਆਂ। ਸਾਡਾ ਦੋਸ਼ ਲੱਗੇ ਕਿ ਤਕਰੀਬਨ ਤੁਸੀਂ ਸੀਨੀਅਰ ਹੋ। ਡੱਲੇਵਾਲ ਸਾਹਿਬ ਨੇ, ਹਾਲਾਂਕਿ ਕਾਦੀਆਂ ਸਾਹਿਬ ਤੇ ਭਾਜੀ ਹੁਣੇ ਤੁਹਾਡੇ ਤੋਂ ਉਮਰ ਦੇ ਵਿੱਚ ਵੀ ਘੱਟ ਹੋਣਗੇ, ਕਿ ਕਈਆਂ ਦਾ ਪੋਲੀਟੀਕਲ ਝੁਕਾਅ ਹੋ ਗਿਆ। ਕੀ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ? ਚਲੋ, ਇਹ ਤਾਂ ਜੋ ਬੀਤੇ ਦੀ ਗੱਲ ਲੰਘ ਗਈ। ਹੁਣ ਅੱਜ ਦੀ ਗੱਲ ਕਰੀਏ, ਜ਼ਿਆਦਾ ਬਿਹਤਰ ਹੈ। ਉਹਦੇ ਵਿੱਚ ਕੋਈ ਤੁੱਕ ਨਹੀਂ। ਹੁਣ ਤਾਂ ਸਾਰੇ ਡਿਫਰੈਂਸ ਛੱਡ ਕੇ ਫਿਰ ਸਾਰੇ ਇਕੱਠੇ ਹੋਏ ਆ। ਲੋਕਾਂ ਦੀ ਲੋੜ ਸੀ, ਸਮੇਂ ਦੀ ਮੰਗ ਸੀ। ਤੇ ਮੈਂ ਸਮਝਦਾ ਇੱਕ ਚਿਣਕ ਹੁੰਦੀ ਆ ਬੰਦੇ ਦੇ ਅੰਦਰ, ਜਿਹਦੇ ਕਰਕੇ ਅਸੀਂ ਇੰਨਾ ਲੰਬਾ ਸਮਾਂ ਕੋਈ ਇੱਕੋ ਫੀਲਡ ਵਿੱਚ ਕੰਮ ਨਹੀਂ ਕਰਦਾ। ਅਸੀਂ 50 ਸਾਲ ਲਾਤੇ ਦੋਹਾਂ ਨੇ ਆਪਣੀ ਜ਼ਿੰਦਗੀ ਦੇ। ਇਹ ਮਾਨੇ ਰੱਖਦੀ ਆ 50 ਸਾਲ ਲਗਾਤਾਰ, ਪਤਾ ਨਹੀਂ ਕੀ ਕੀਤਾ, ਜੇਲ੍ਹਾਂ 'ਚ ਗਏ, ਸਭ ਕੁਝ ਕੀਤਾ ਤੇ ਜ਼ਿੰਦਗੀ ਦਾ ਵੱਡਾ ਹਿੱਸਾ ਇਸ ਪਾਸੇ ਲਾਤੇ। ਇਹਦਾ ਮਤਲਬ ਅੰਦਰ ਕੁਝ ਚੁਭਦਾ ਸੀ। ਉਹ ਜਿਹੜਾ ਚੁਭਦਾ ਸੀ, ਉਹ ਇੱਥੇ ਆ ਕੇ ਸੰਤੁਸ਼ਟੀ ਮਿਲਦੀ। ਅੱਜ ਕਿੰਨੀ ਕੁ ਵੱਡੀ ਲੋੜ ਮਹਿਸੂਸ ਹੋ ਰਹੀ ਹੈ ਤੁਹਾਨੂੰ? ਇਹ ਐਕਟ 3 ਕਿੰਨਾ ਕੁ ਵੱਡਾ ਬਦਲਾਅ ਕਰ ਰਹੇ ਹੈ ਆਰਡੀਨੈਂਸਸ, ਕਿ ਅੱਜ ਸਾਰੇ ਇਕੱਠੇ ਦੱਸੇ ਹੋਏ? ਚੰਗੀ ਗੱਲ ਹੈ, ਚੰਗੀ ਤਸਵੀਰ ਹੈ ਪੰਜਾਬ ਵਾਸਤੇ। ਉਸ ਵੇਲੇ ਹਰੇ ਇਨਕਲਾਬ ਦੀ ਸ਼ੁਰੂਆਤ ਸੀ। ਉਹਨੂੰ ਮੇਨਟੇਨ ਰੱਖਣ ਦੀ, ਜਿਹੜਾ ਟੈਂਪੂ ਬਣਿਆ ਸੀ ਉਹਨੂੰ ਮੇਨਟੇਨ ਰੱਖਣ ਵਾਸਤੇ ਇਕੱਠੇ ਹੋਏ। ਅੱਜ ਸਾਰਾ ਕੁਝ ਤਬਾਹ ਹੋਣ ਜਾ ਰਿਹਾ।
ਇਹ ਤੇ ਬਾਅਦ ਇਹ ਤਾਂ ਇੰਨਾ ਸਮਾਂ ਤੇਜ਼ੀ ਨਾਲ ਬਦਲਿਆ, ਸਮਾਜ ਟੁੱਟ ਗਿਆ, ਭਾਈਚਾਰਾ ਟੁੱਟ ਗਿਆ, ਫੈਮਿਲੀਜ਼ ਟੁੱਟ ਕੇ ਛੋਟੀਆਂ ਰਹਿ ਗਈਆਂ, ਤੇ ਜਿਹੜਾ ਥੋੜਾ ਬਹੁਤਾ ਬਚਦਾ ਹੈ ਉਹ ਆਹ ਆਰਡੀਨੈਂਸਿਸ ਦੇ ਬਾਅਦ ਖਤਮ ਹੋ ਜਾਏਗਾ ਜੇ ਨਾ ਲੜੇ। ਇਸ ਕਰਕੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ, ਜਿਹੜੀ ਅੰਦਰ ਚਿਣਗ ਹੈ ਨਾ, ਉਹ ਨਹੀਂ ਟਿਕਣ ਦਿੰਦੀ। ਉਹ ਚਾਹੇ ਕੋਈ ਵੀ ਹੋਵੇ, ਜਿਹਨੇ 10 ਕੁ ਸਾਲ ਕੰਮ ਕਰ ਲਿਆ ਨਾ, ਉਹ ਫਿਰ ਇਹ ਬਾਹਰ ਨਹੀਂ ਨਿਕਲਦਾ ਇਸ ਦਰਦ ਦੇ ਵਿੱਚੋਂ। ਉਹਦੇ ਵਿੱਚ ਇਹ ਦਰਦ ਉਹਨੂੰ ਤੰਗ ਕਰੀ ਜਾਂਦਾ ਹੈ। ਤੋ ਇਹ ਕੁਦਰਤ ਦਾ ਸਿਸਟਮ ਐਸਾ ਬਣਾਇਆ ਹੋਇਆ, ਇਹ ਕਿਤੇ ਪੱਕ ਜਾਂਦਾ ਉਹਦੇ ਅੰਦਰ ਵੀ ਹੁਣ ਮੈਂ ਆਹੀ ਕਰਨਾ ਹੈ। ਤੁਹਾਡੇ ਤੇ ਲਖਵਾਲ ਸਾਹਿਬ ਇਹ ਬਹੁਤ ਸਾਰੇ ਸਵਾਲ ਹੋਏ ਕਿ ਸ਼ਾਇਦ ਤੁਸੀਂ ਸ਼ੁਰੂ ਦੇ ਵਿੱਚ ਇਹਨਾਂ ਆਰਡੀਨੈਂਸਾਂ ਦੇ ਹੱਕ 'ਚ ਪੂਰੇ ਹੋ। ਮੈਂ ਤਾਂ ਅੱਜ ਤੱਕ ਨਹੀਂ ਹੱਕ 'ਚ ਹੋਇਆ ਜੀ। ਮੈਂ ਤਾਂ 9 ਕੰਟਰੀਆਂ 'ਚ ਜਾ ਕੇ ਇਹਨਾਂ ਦੇ ਖਿਲਾਫ ਵੀ ਬੋਲਿਆ ਜੀ, WTO ਦੇ। ਮੈਂ ਕਿਵੇਂ ਹੱਕ 'ਚ ਹੋ ਸਕਦਾ ਜੀ? ਮੈਂ ਤਾਂ ਬਿਲਕੁਲ 100% ਆਜ਼ਾਦੀ ਯੂਨੀਅਨ ਬਣੀਆਂ ਸੀ ਇਹਨਾਂ ਦੇ ਜਿਹੜੇ ਮਲਟੀਨੈਸ਼ਨਲ ਕੰਪਨੀਆਂ ਲਿਆ ਰਹੇ ਆ, ਇਹਨਾਂ ਦੇ ਉਲਟੇ ਚੱਲਦੇ ਰਹੇ ਆ ਔਰ ਉਲਟ ਚੱਲਦੇ ਰਹਾਂਗੇ। ਆਲ ਇੰਡੀਆ ਜਥੇਬੰਦੀ ਦਾ ਵੀ ਮੈਂ ਸੀਨੀਅਰ ਕੋਆਰਡੀਨੇਟਰ ਹਾਂ, ਉੱਥੇ ਵੀ ਅਸੀਂ ਮੁਖਾਲਫਤ ਕਰਦੇ ਹਾਂ ਇਹਨਾਂ ਦੀ। ਅਸੀਂ ਜਿਹੜੇ ਵੀ ਕੰਟਰੀ 'ਚ WTO ਦੀ ਮੀਟਿੰਗ ਹੋਈ ਆ, ਉੱਥੇ ਜਾ ਕੇ ਮੁਖਾਲਫਤ ਕਰੀ ਆ। ਮੇਰੀ ਤਾਂ ਇਹ ਵੀ ਡਿਊਟੀ ਲੱਗੀ ਸੀ ਵੀ ਬੰਗਲਾਦੇਸ਼ ਯੂਨੀਅਨ ਬਣਾਇਆ, ਮੈਂ ਬੰਗਲਾਦੇਸ਼ ਜਾਇਆ। ਪਾਕਿਸਤਾਨ ਡਿਊਟੀ ਲੱਗੀ, ਮੈਂ ਪਾਕਿਸਤਾਨ। ਪਰ ਹੁਣ ਰੀਸੈਂਟ ਗੱਲ ਕਰ ਰਿਹਾ ਮੈਂ, ਕੁਝ ਦਿਨਾਂ ਦੀ ਗੱਲ ਕਰ ਰਿਹਾ ਕਿ ਲਖਵਾਲ ਸਾਹਿਬ ਨੇ ਸ਼ੁਰੂ ਦੇ ਵਿੱਚ ਸ਼ਾਇਦ ਕਿਤੇ ਇੰਟਰਵਿਊਆਂ 'ਚ ਵੀ ਕਹਿਤਾ ਕਿ ਇਹ ਬਿੱਲ ਜਿਹੜਾ ਹੈ, ਆਰਡੀਨੈਂਸ ਜਿਹੜਾ ਇਹ ਮਾੜਾ ਨਹੀਂ ਹੈਗਾ, ਇੰਨਾ ਸਾਨੂੰ ਸਮਝਣਾ। ਕਦੇ ਵੀ ਨਹੀਂ, ਅੱਜ ਤੱਕ ਨਹੀਂ ਕਿਹਾ ਜੀ। ਜੇ ਮੈਂ ਕਿਹਾ ਉਹ ਮੇਰੇ ਗੋਲੀ ਮਾਰ ਦੋ। ਤੋ ਅੱਜ ਦਾ ਸਟੈਂਡ ਕੀ ਹੈ ਤੁਹਾਡਾ? ਤੁਸੀਂ ਝੂਠ ਬੋਲਦੇ ਹੋ ਜਾਂ ਮੈਂ ਝੂਠ ਬੋਲਦਾ? ਨਹੀਂ, ਇਹ ਨਹੀਂ ਕਹਿ ਰਹੇ ਤੁਸੀਂ ਝੂਠ ਬੋਲ ਰਹੇ ਹੋ। ਆਰਡੀਨੈਂਸ ਤੇ ਕਦੇ ਹੱਕ 'ਚ ਹੋਇਆ ਹੀ ਨਹੀਂ ਅੱਜ ਤੱਕ। ਸਭ ਤੋਂ ਪਹਿਲਾਂ ਤਾਂ ਲੜਾਈ ਇਸ ਏਰੀਆ। ਪਰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਜੀ, 1972 'ਚ ਸਾਡਾ ਵਿਧਾਨ ਬਣਿਆ ਸੀ ਇਸ ਯੂਨੀਅਨ ਦਾ। ਅਸੀਂ ਕਿਸਾਨਾਂ ਨੂੰ ਆਰਥਿਕ, ਸਮਾਜਿਕ, ਧਾਰਮਿਕ, ਸਿਆਸੀ ਇਨਸਾਫ ਲੈ ਕੇ ਦੇਣਾ। ਜੇ ਸੁੱਖੇ ਜਿੰਦੇ ਦੀ ਵਰਸੀ ਹੋਈ ਹੈ ਤਾਂ ਇੱਥੇ ਮੇਰੇ ਤੇ ਟਾਡਾ ਲੱਗੀ ਹੈ, ਇਸ ਗੁਰਦੁਆਰੇ 'ਚੋਂ ਮੈਨੂੰ ਫੜਿਆ ਗਿਆ, ਨਜ਼ਰਬੰਦ ਰੱਖਿਆ ਗਿਆ, ਮੈਨੂੰ ਪੁਲਿਸ ਮੁਕਾਬਲੇ ਦੇ ਆਰਡਰ ਹੋਏ ਨੇ। ਜੇ ਨਹਿਰ ਦਾ ਮੋਰਚਾ ਲੱਗਿਆ ਤਾਂ ਸਭ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਨੇ ਲਾਇਆ ਤੇ ਧਰਮ ਯੁੱਧ ਮੋਰਚੇ 'ਚ ਵੀ ਪੂਰਾ ਹਿੱਸਾ ਲਿਆ। ਇੱਥੇ ਹੀ ਗੱਲ ਨਹੀਂ, ਸੁਪਰੀਮ ਕੋਰਟ ਦਾ ਘਰਾਓ ਅੱਜ ਤੱਕ ਹਿੰਦੁਸਤਾਨ ਦੀ ਕਿਸੇ ਜਥੇਬੰਦੀ ਨੇ ਨਹੀਂ ਕੀਤਾ, ਭਾਰਤੀ ਕਿਸਾਨ ਯੂਨੀਅਨ ਨੇ ਕੀਤਾ ਪਾਣੀਆਂ ਵਾਸਤੇ। ਅਸੀਂ ਤਾਂ ਲੰਗਾ ਰਣਜੀਤ ਸਮਝੌਤਾ ਵੀ ਰੱਦ ਕੀਤਾ, ਉਹਦੀਆਂ ਵੀ ਅਰਥੀਆਂ ਫੂਕੀਆਂ ਨੇ ਜਿਵੇਂ ਹੁਣ ਮੋਦੀ ਦੀ ਫੂਕਦੇ ਆ। ਅਸੀਂ ਤਾਂ ਪੰਜਾਬ ਲਈ, ਕਿਸਾਨੀ ਲਈ ਸਮਰਪਿਤ ਹਾਂ। ਇਸ ਵਾਰ ਇਹ ਸੰਘਰਸ਼ ਕਿੰਨਾ ਵੱਡਾ ਦੇਖਦੇ ਹੋ ਤੁਸੀਂ? ਕਿੰਨੀ ਲੋੜ ਕਿੰਨੀ ਹੈ? ਵੱਡਾ ਸੰਘਰਸ਼ ਹੋਊ, ਇਹ ਤਾਂ ਸਾਨੂੰ ਵੀ ਨਹੀਂ ਪਤਾ ਕਿੱਡਾ ਵੱਡਾ ਸੰਘਰਸ਼ ਹੋ ਜਾਣਾ। ਔਰ ਸ਼ਾਇਦ ਅਸੀਂ ਇਕੱਠੇ ਨਾ ਹੁੰਦੇ ਰਾਜੇਵਾਲ ਸਾਹਿਬ। ਆ ਜਿਹੜੇ ਬੁੱਧੀਜੀਵੀ ਨੇ, ਆਮ ਲੋਕ ਨੇ, ਉਹ ਕਹਿੰਦੇ ਤੁਸੀਂ ਕਿਉਂ ਨਹੀਂ ਇਕੱਠੇ ਹੁੰਦੇ? ਔਰ ਅਸੀਂ ਇਕੱਠੇ ਹੋ ਗਏ ਆ ਤੇ ਹੁਣ ਉਹ ਦੁਖੀ ਨੇ ਇਕੱਠੇ ਕਿਉਂ ਹੋ ਗਏ? ਬੁੱਧੀਜੀਵੀ ਕਿਉਂ? ਕਮਲੇ ਰਮਲੇ ਵੀ ਪੁੱਛੀ ਜਾਂਦੇ ਆ ਵੀ ਇਹ ਇਕੱਠੇ ਕਿਉਂ ਨਹੀਂ ਹੁੰਦੇ, ਇਕੱਠੇ ਕਿਉਂ? ਸਾਰੇ ਇਹੀ ਸਵਾਲ ਕਰਦੇ ਸੀ। ਤੁਸੀਂ ਵੀ ਇਹੀ ਪੁੱਛਦੇ ਸੀ। ਅਸੀਂ ਕਮਲਿਆਂ 'ਚ ਹੀ ਆਉਨੇ ਆ ਨਾ ਜੀ। ਨਹੀਂ, ਤੁਸੀਂ ਕਮਲਿਆਂ 'ਚ ਕਾਹਨੂੰ ਆਉਨੇ ਹੋ? ਤੁਸੀਂ ਤਾਂ ਬੜੇ ਤੇਜ਼ ਹੋ। ਪਰ ਅਸੀਂ ਸਤਨਾਮ ਤੁਹਾਡੇ ਸਿੰਘ ਜੀ- ਧੰਨਵਾਦੀ ਹਾਂ। ਜਿੰਨੀ ਵੀ ਪ੍ਰੈਸ ਹੈ, ਜਿੰਨੇ ਲੋਕਾਂ ਨੇ ਸਾਡਾ ਸਾਥ ਦਿੱਤਾ ਇਸ ਸੰਘਰਸ਼ 'ਚ, ਅੱਗੇ ਵੀ ਤੁਸੀਂ ਦਿੰਦੇ ਹੋ, ਅਸੀਂ ਤੁਹਾਡੇ ਸਾਰਿਆਂ ਦੀ ਧੰਨਵਾਦੀ ਹਾਂ। ਹੁਣ ਸਾਡੀ 5 ਮੈਂਬਰੀ ਕਮੇਟੀ ਬਣ ਗਈ, ਅਸੀਂ ਖੜੇ ਹਾਂ। 13 ਜਥੇਬੰਦੀਆਂ ਅੱਜ ਇੱਥੇ ਹਾਜ਼ਰ ਸੀ ਤੇ 10 ਜਥੇਬੰਦੀਆਂ ਨਾਲ ਸਾਡੀ 1-2 ਦਿਨਾਂ 'ਚ ਮੀਟਿੰਗ ਹੋ ਰਹੀ ਹੈ ਹੋਰਾਂ ਨਾਲ। ਹੋ ਸਕਦਾ ਜਿੰਨੀਆਂ ਵੀ ਪੰਜਾਬ 'ਚ ਕਿਸਾਨ ਜਥੇਬੰਦੀਆਂ, ਅਸੀਂ ਇਕੱਠੇ ਹੋ ਕੇ ਵੱਡੇ ਸੰਘਰਸ਼ ਲਈ ਜਾਵਾਂਗੇ, ਲੜਾਂਗੇ। ਤੇ ਆ ਅਸੀਂ ਹਾਲਾਤ ਦੇਖ ਰਹੇ ਹਾਂ, ਕਰੋਨਾ ਦੀ ਗੱਲ ਆ, ਨਹੀਂ ਤਾਂ ਅਸੀਂ ਹੁਣ ਨੂੰ ਦਿੱਲੀ ਘੇਰੀ ਹੋਣੀ ਸੀ ਜੀ। ਬਿਲਕੁਲ। ਸਾਨੀ ਸਾਹਿਬ, ਤੁਹਾਡੇ ਵੱਲ ਆਉਣਾ ਕਿੰਨਾ ਜ਼ਰੂਰੀ ਸੀ ਇਕੱਠਾ ਹੋਣਾ, ਹੋਰ ਅੱਗੇ ਕੀ ਦੇਖਦੇ ਹੋ? ਕਿਉਂਕਿ ਤੁਹਾਡੇ ਵੱਲ ਪਹਿਲਾਂ ਗੰਨੇ ਦੀਆਂ ਪੇਮੈਂਟਾਂ ਦੀ ਮੈਂ ਕਾਦੀਆਂ ਸਾਹਿਬ ਨਾਲ ਗੱਲ ਕਰ ਰਿਹਾ ਸੀ, ਜੋ ਹਾਲਾਤ ਹੁਣ ਕਣਕ ਝੋਨੇ 'ਚ ਕਰ ਦੇਣੇ, ਗੰਨੇ 'ਚ ਤੁਸੀਂ ਜੂਝੇ ਹੋ ਕਿ ਉੱਥੇ ਵੀ SDM ਤੱਕ ਜਾ ਸਕਦੇ ਹੋ, ਅਦਾਲਤ ਤੁਸੀਂ ਜਾ ਨਹੀਂ ਸਕਦੇ। ਦੇਖੋ, ਗੁਰਬਾਣੀ ਦਾ ਆਪਾਂ ਨੂੰ ਫਰਮਾਨ ਹੈ ਕਿ ਹੋਏ 71 ਮਿਲੋ ਮੇਰੇ ਭਾਈ। ਉਸੇ ਹੀ ਭਾਵਨਾ ਦੇ ਤਹਿਤ ਜਿਹੜੀਆਂ ਅੱਜ ਆਪਾਂ ਆਲਮਗੀਰ ਸਾਹਿਬ ਜਥੇਬੰਦੀਆਂ ਨਤਮਸਤਕ ਵੀ ਹੋਣ ਆਈਆਂ, ਤੇ ਔਰ ਕਿਸਾਨੀ ਨੂੰ ਬਚਾਉਣ ਲਈ ਕੀ ਕੀਤਾ ਜਾ ਸਕਦਾ, ਜੋ ਵੀ ਉਪਰਾਲਾ ਕੀਤਾ ਜਾ ਸਕਦਾ, ਉਸੇ ਸੰਬੰਧ ਵਿੱਚ ਜਿਹੜੀਆਂ ਜਥੇਬੰਦੀਆਂ ਅੱਜ ਇੱਥੇ ਇਕੱਤਰ ਹੋਈਆਂ। ਔਰ ਇਹ ਸਾਨੂੰ ਖੁਸ਼ੀ ਦੀ ਗੱਲ ਹੈ ਕਿ ਬਹੁਤ ਲੰਬੇ ਸਮੇਂ ਬਾਅਦ ਜੇ ਕਿਸਾਨੀ ਤੇ ਵੱਡਾ ਸੰਕਟ ਆਇਆ ਤੇ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਉਹ ਲਗਭਗ ਇੱਕ ਪਲੇਟਫਾਰਮ ਤੇ ਆ ਗਈਆਂ। ਉਹਦੇ 'ਚ ਸੀਨੀਅਰ ਜਥੇਬੰਦੀਆਂ ਜਿਹੜੀਆਂ ਬਹੁਤ ਪੁਰਾਣੀਆਂ, ਰਾਜੇਵਾਲ ਸਾਹਿਬ ਖੜੇ ਆ, ਡੱਲੇਵਾਲ ਸਾਹਿਬ ਖੜੇ, ਲਖੋਵਾਲ ਸਾਹਿਬ ਖੜੇ ਆ, ਹੋਰ ਵੀ ਸਮੁੱਚੀਆਂ ਜਥੇਬੰਦੀਆਂ ਜਿੰਨੀਆਂ ਰਹਿੰਦੀਆਂ ਬਾਕੀ,
ਉਹਨਾਂ ਲਈ ਵੀ ਕਮੇਟੀ ਦਾ ਇੱਕ ਗਠਨ ਹੋ ਗਿਆ ਕਿ ਜਿਹੜੀਆਂ ਜਥੇਬੰਦੀਆਂ ਅਜੇ ਵੀ ਬਾਹਰ ਹੈ ਉਹਨਾਂ ਨੂੰ ਵੀ ਆਪਾਂ ਇੱਕ ਪਲੇਟਫਾਰਮ ਤੇ ਲਿਆ ਕੇ ਜਿੰਨੀ ਵੀ ਵੱਡੀ ਲੜਾਈ ਲੜਨ ਦੀ ਲੋੜ ਪੈ ਗਈ ਇਸ ਆਰਡੀਨੈਂਸ ਨੂੰ ਵਾਪਸ ਕਰਾਉਣ ਲਈ ਉਹ ਕਿਸਾਨ ਜਥੇਬੰਦੀਆਂ ਲੜਨਗੀਆਂ, ਕਿਉਂ ਆਰਡੀਨੈਂਸ ਨੂੰ ਵਾਪਸ ਕਰਾਉਣਾ ਬਹੁਤ ਜ਼ਰੂਰੀ ਹੈ, ਨਹੀਂ ਤੇ ਕਿਸਾਨੀ ਤਬਾਹ ਹੋ ਜਾਏਗੀ। ਜਿਹੜੀ ਤੁਸੀਂ ਗੰਨੇ ਦੀ ਗੱਲ ਕਰਦੇ ਆ, ਗੰਨੇ ਦੀ ਐਜੀਟੇਸ਼ਨ ਤਾਂ ਅਜੇ ਵੀ ਚੱਲੀ ਹੈ, ਗੰਨੇ ਦੀਆਂ ਤਾਂ ਹਜੇ ਵੀ ਪੇਮੈਂਟਾਂ ਸੈਂਕੜੇ ਕਰੋੜ ਦੀਆਂ ਬਕਾਇਆ ਖੜੀਆਂ, ਪਰ ਅਸੀਂ ਸੋਚਿਆ ਜਿਹੜਾ ਆਹ ਮੁੱਦਾ ਹੈ ਬਹੁਤ ਵੱਡਾ ਆ ਕਿ ਇਹਦੇ ਵਿੱਚ ਸੰਕਟ ਦੇ ਵਿੱਚੋਂ ਨਿਕਲਣ ਲਈ ਪੰਜਾਬ ਦੀ ਕਿਸਾਨੀ ਨੂੰ, ਸਮੁੱਚੀ ਕਿਸਾਨੀ ਨੂੰ, ਚਾਹੇ ਮਾਝਾ, ਮਾਲਵਾ, ਦੁਆਬਾ, ਈਵਨ ਹਰਿਆਣਾ ਵੀ ਤੁਸੀਂ ਦੇਖਿਆ, ਸਮੁੱਚੇ ਦੇ ਜਿਹੜਾ ਦੇਸ਼ ਦਾ ਕਿਸਾਨ ਆ ਉਹਦੇ ਵਿੱਚ ਵੱਡਾ ਰੋਹ ਹੈ। ਜੇ ਵਾਪਸ ਨਾ ਹੋਏ ਤਾਂ ਕਿਸਾਨੀ ਦਾ ਕੋਈ ਭਵਿੱਖ ਨਹੀਂ ਹੋਏਗਾ। ਉਸੇ ਭਾਵਨਾ ਦੇ ਤਹਿਤ ਅਸੀਂ ਮਤਲਬ ਅੱਜ ਇੱਥੇ ਜਿਹੜੀ ਮੀਟਿੰਗ ਕਰ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ। ਮੈਂ ਡੱਲੇਵਾਲ ਸਾਹਿਬ ਆਖਰੀ ਇੱਕ ਸਵਾਲ ਤੁਹਾਨੂੰ ਔਰ ਕਾਦੀਆਂ ਸਾਹਿਬ ਨੂੰ ਹੈ ਕਿ ਜਿਵੇਂ ਸਾਨੀ ਸਾਹਿਬ ਕਹਿ ਰਹੇ ਆ ਕਿ ਨਾਲ ਜੁੜਨਾ ਬੜਾ ਜ਼ਰੂਰੀ ਸੀ, ਇੰਪੋਰਟੈਂਟ ਸੀਗਾ, ਆਈਡੀਓਲੋਜੀਕਲ ਡਿਫਰੈਂਸਸ ਹੈਗੇ ਨੇ ਜਾਂ ਉਹ ਵੀ ਖਤਮ ਕਰਕੇ ਹੁਣ ਨਾਲ ਖੜੇ ਹੋ? ਨਹੀਂ, ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਵੀ ਆਈਡੀਓਲੋਜੀ ਕਿਸੇ ਦੀ ਕੋਈ ਵੀ ਹੋਵੇ, ਅੱਜ ਅਸੀਂ ਖੜੇ ਕਿਸ ਪਲੇਟਫਾਰਮ ਤੇ ਆ ਕੇ ਸਾਡੇ ਹਾਲਾਤ ਕੀ ਹੈ, ਸਿਚੁਏਸ਼ਨ ਦੇਸ਼ ਦੀ ਇਹੋ ਜਿਹੀ ਬਣ ਗਈ ਹੈ ਕਿ ਹਿੰਦੁਸਤਾਨ ਦੀਆਂ ਸਾਰੀਆਂ ਜਥੇਬੰਦੀਆਂ ਅੱਜ ਇਸ ਗੱਲ ਲਈ ਤਿਆਰ ਹੈ। ਪਰਸੋਂ ਮੈਂ ਜਾ ਕੇ ਮਤਲਬ ਦਿੱਲੀ ਦੇ ਵਿੱਚ ਪਾਰਲੀਮੈਂਟ ਦੇ ਬਾਹਰ ਮੂਹਰੇ ਜਾ ਕੇ ਅਸੀਂ ਉਹਨਾਂ ਦਾ ਮਤਲਬ ਨਾਅਰੇ ਲਾਏ ਆ, ਵਿਰੋਧ ਕੀਤਾ ਹੈ ਇਹਨਾਂ ਆਰਡੀਨੈਂਸਾਂ ਦੇ ਖਿਲਾਫ। ਉਸ ਵੇਲੇ ਮੇਰੇ ਨਾਲ ਉਸ ਲੜਾਈ ਦੇ ਵਿੱਚ ਉਸ ਪ੍ਰੋਟੈਸਟ ਦੇ ਵਿੱਚ ਮੱਧ ਪ੍ਰਦੇਸ਼ ਦੇ ਸਾਥੀ ਆਏ ਆ, ਉਹਦੇ ਵਿੱਚ ਹਰਿਆਣੇ ਦੇ ਵੀਰ ਵੀ ਸੀਗੇ, ਯੂਪੀ ਦੇ ਵੀਰ ਵੀ ਸੀਗੇ, ਉਹਦੇ ਵਿੱਚ ਕੇਰਲਾ ਦੇ ਸਾਡੇ ਸਾਥੀ ਵੀ ਸੀਗੇ। ਯਾਨੀ ਕਹਿਣ ਤੋਂ ਭਾਵ ਹੈ ਸਾਡਾ ਮਤਲਬ ਸਾਰੇ ਦਾ ਸਾਰਾ ਭਾਰਤ ਇਕੱਠਾ ਹੋਣ ਜਾ ਰਿਹਾ। ਕਿਉਂਕਿ ਅਸੀਂ ਸਮਝ ਚੁੱਕੇ ਹਾਂ ਕਿ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਉਹ ਬਚਣੀ ਤਾਂ ਹੈ। ਸਾਡਾ ਬੇਸ ਹੈ ਖੇਤੀ, ਸਾਡਾ ਜੀਵਨ ਹੈ, ਰੋਟੀ ਆ ਸਾਡੇ ਕੋਲੇ, ਤਾਂ ਸਾਡੀ ਜ਼ਮੀਨ ਉਹ ਸਾਡੀ ਮਾਂ ਹੈ, ਉਹਨੇ ਸਾਨੂੰ ਅੱਜ ਤੱਕ ਪਾਲ ਕੇ ਏਡੇ ਕੀਤਾ ਹੈ ਔਰ ਪੁਸ਼ਤਾਂ ਤੋਂ ਹੀ ਅਸੀਂ ਉਹਦੇ ਆਸਰੇ ਚੱਲਦੇ ਆ ਰਹੇ ਹਾਂ। ਐਡੀ ਛੇਤੀ ਜ਼ਮੀਨ ਅਸੀਂ ਸਾਊਥ ਤੋਂ ਆਵਾਜ਼ ਕਿਉਂ ਨਹੀਂ ਆ ਰਹੀ? ਦੇਖੋ ਸਾਊਥ ਜਿਹੜਾ ਏਰੀਆ ਹੈ ਨਾ ਜੀ, ਉਧਰ ਪਹਿਲਾਂ ਤੋਂ ਵੀ ਨੋਟ ਕਰੋ ਐਗਰੀਕਲਚਰ ਦਾ ਜ਼ਿਆਦਾ ਜਿਹੜਾ ਪ੍ਰਭਾਵ ਹੈ ਉਹ ਇਹਨਾਂ ਏਰੀਏ ਦੇ ਵਿੱਚ ਹੈ ਆਪਣੇ ਇਸ ਰਾਜੇਵਾਲ ਸਾਹਿਬ ਐਡ ਕਰਨਾ ਚਾਹੁੰਦੇ ਆ। ਸਾਊਥ ਵਿੱਚ ਵੀ ਲੜਾਈ ਜਾਰੀ ਹੈ। ਅਸਲ ਗੱਲ ਕੀ ਹੈ ਵੀ ਐਡਾ ਵੱਡਾ ਦੇਸ਼ ਹੈ, ਇੱਥੇ ਆਪਸ ਵਿੱਚ ਸਾਡੇ ਬੜਾ ਕਿਤੇ ਕਲਚਰਲ ਡਿਫਰੈਂਸਿਸ ਨੇ, ਕਿਤੇ ਲੈਂਗੁਏਜ ਦੀ ਕੋਆਰਡੀਨੇਸ਼ਨ ਦੀ ਪ੍ਰੋਬਲਮ ਹੈ ਸਰ। ਕੋਆਰਡੀਨੇਸ਼ਨ ਦੀ ਇਸ ਕਰਕੇ ਵੈਸੇ ਸਾਡੀ ਕੋਆਰਡੀਨੇਸ਼ਨ ਹੈ, ਪਰ ਉਹਨਾਂ ਦੀ ਜਦੋਂ ਸਮਝ ਦੀ ਗੱਲ ਕਰੀਦੀ ਹੈ, ਕੋਈ ਤਾਮਿਲ 'ਚ ਬੋਲਦਾ ਹੈ, ਕੋਈ ਮਲਿਆਲਮ 'ਚ ਬੋਲਦਾ ਹੈ, ਉੱਥੇ ਦੀਆਂ ਭਾਸ਼ਾਵਾਂ ਦੀ ਸਮੱਸਿਆ ਹੈ। ਇੱਥੇ ਪੰਜਾਬ 'ਚ ਬੈਠਿਆਂ ਨੂੰ ਆਪਾਂ ਨੂੰ ਲੱਗਦਾ ਵੀ ਨਹੀਂ ਉੱਥੇ ਕੁਝ ਨਹੀਂ ਹੋ ਰਿਹਾ, ਉੱਥੇ ਵੀ ਇੰਨੀ ਉਹ ਅੱਗ ਬਲਦੀ ਹੈ ਜਿਹੜੀ ਇੱਥੇ ਬਲਦੀ ਹੈ, ਕੋਈ ਫਰਕ ਨਹੀਂ ਜੀ। 1978 'ਚ ਅਸੀਂ ਤਾਮਿਲਨਾਡੂ ਜ ਗਏ, ਉੱਥੇ ਕਿਸਾਨ ਮਾਰੇ ਸੀ, ਉਦੋਂ ਹੀ ਅਸੀਂ 1978 'ਚ ਰਾਜਿਆ। ਅਸੀਂ ਮਹਾਰਾਸ਼ਟਰ ਗਏ, ਉੱਥੇ ਵੀ ਕਿਸਾਨ ਮਾਰੇ ਸੀ, ਉੱਥੇ ਵੀ 25 ਬੰਦੇ ਗਏ ਜੀ ਅਸੀਂ ਮਹਾਰਾਸ਼ਟਰ। ਅਸੀਂ ਪਹਿਲਾ ਪ੍ਰਧਾਨ ਇੰਡੀਆ ਦਾ ਤਾਮਿਲਨਾਡੂ ਦਾ ਬਣਾਇਆ। ਫਿਰ ਸ਼ਰਦ ਜੋਸ਼ੀ ਰਿਹਾ ਸਾਡੇ ਨਾਲ, ਤੁਸੀਂ ਨਾ ਕਦੇ ਸੁਣਿਆ ਹੋਣਾ, ਇਸੇ 84 ਦੇ ਘਰਾਓ ਵੇਲੇ ਸਾਡੇ ਨਾਲ ਰਿਹਾ। ਫਿਰ ਅਸੀਂ ਮਹਿੰਦਰ ਸਿੰਘ ਟਕੈਤ, ਜਿਹਦਾ ਆਮ ਦੁਨੀਆ 'ਚ ਨਾਂ ਜੀ, ਉਹਦੀ ਹੁਣ ਡੈਥ ਹੋ ਗਈ ਆ, ਮੌਤ ਹੋ ਗਈ ਆ। ਉਹਦਾ ਮੁੰਡਾ ਸਾਡਾ ਮੁੱਖ ਬੁਲਾਰਾ ਕੋਆਰਡੀਨੇਸ਼ਨ ਕਮੇਟੀ ਦਾ। ਹੁਣ 5 ਮੈਂਬਰੀ ਸਾਡੀ ਕੋਆਰਡੀਨੇਸ਼ਨ ਆ, ਜਿਹਦਾ ਮੁੱਖ ਬੁਲਾਰਾ ਰਕੇਸ਼ ਟਕੈਤ ਹੈ। ਅਸੀਂ ਸਾਰੇ ਸੂਬਿਆਂ ਨਾਲ ਤਾਲਮੇਲ ਬਣਾਇਆ ਹੋਇਆ। ਅੱਗੇ ਤਾਂ ਠੀਕ ਆ ਵੀ ਪੰਜਾਬ ਇਹ ਬਹੁਤਾ ਅਨਾਜ ਦਿੰਦਾ ਸੀ, ਹੁਣ ਤਾਂ ਮੱਧ ਪ੍ਰਦੇਸ਼ ਵੀ ਬਰਾਬਰ ਆ ਗਿਆ, ਉਹਨਾਂ ਨੂੰ ਵੀ ਪਤਾ ਲੱਗ ਜੂ। ਹੁਣ ਸਾਰੇ ਹੀ ਸੂਬੇ MSP ਵੀ ਮੰਗਣਗੇ, ਕਿਉਂਕਿ ਅੱਗੇ ਤਾਂ ਉਹਨਾਂ ਕੋਲ ਹੀ ਨਹੀਂ ਸੀ ਵੇਚਣ ਨੂੰ, ਆਪਾਂ ਹੀ ਮੰਗਦੇ। ਅਸੀਂ MSP ਨਹੀਂ ਮੰਗਦੇ, ਅਸੀਂ ਕਹਿੰਦੇ ਆ MSP ਤੇ ਖਰੀਦੋ। ਆ ਤੁਸੀਂ ਦੇਖੋ 14 ਸਾਲ ਆ, ਮੇਰੇ ਕਾਂਗਰਸੀ ਵੀਰਾਂ ਨੂੰ ਪੁੱਛੋ ਬਈ ਸਵਾਮੀਨਾਥਨ ਕਮੇਟੀ ਇਹਨਾਂ ਨੇ ਦੱਬੀ ਰੱਖੀ ਆ। ਮੁੜ ਕੇ ਜਿਆਦਾ ਸਵਾਮੀਨਾਥਨ ਕਮੇਟੀ ਦੀ ਬਈ ਭਾਅ ਕਿਵੇਂ ਵੱਜਣਗੇ, ਆਹ ਸਰਕਾਰ ਮੋਦੀ ਦੀ ਆ ਗਈ। ਜੇਤਲੀ ਜੀ ਨੇ ਮੇਰੇ ਨਾਲ ਮੀਟਿੰਗ ਵੀ ਕੀਤੀ ਆ ਬਈ ਭਾਅ ਅਸੀਂ ਕਿਵੇਂ ਬੰਨੀਏ ਜੀ, 1.5 ਭਾਅ ਦੇਣਾ ਤੁਹਾਨੂੰ। ਮੈਂ ਕਿਹਾ ਜੀ ਇਹ ਤਾਂ ਇੱਕ ਕੱਲ ਐਗਰੀਕਲਚਰ ਮਿਨਿਸਟਰ ਨੇ ਕਿਹਾ ਕਿ 1.5 ਅਸੀਂ ਦਿੱਤਾ, ਅੱਜ ਤਾਈਂ ਕਿਸੇ ਨੇ ਨਹੀਂ ਝੂਠ ਬੋਲਦਾ ਜੀ। ਉਹਦੇ ਤੇ ਇੱਕ ਕਮੇਟੀ ਬਣੀ ਸੀਗੀ, ਜਿਹੜਾ ਹੁਣ ਇਹਨਾਂ ਦਾ ਐਡਵਾਈਜ਼ਰ ਆ ਆਪਣੀ ਯੂਨੀਵਰਸਿਟੀ ਦਾ ਹੀ ਆ, ਨਰੇਸ਼ ਕੁਮਾਰ। ਉਹਨੇ ਦੱਸਿਆ ਵੀ ਕਿਵੇਂ ਕਾਸਟ ਆਫ ਪ੍ਰੋਡਕਸ਼ਨ ਕੱਢਣੀ ਆ। 5 ਐਗਰੀਕਲਚਰ ਯੂਨੀਵਰਸਿਟੀਆਂ ਨੇ ਕੱਢਣੀਆਂ, ਕਢਾਈ ਨਹੀਂ ਇਹਨਾਂ ਨੇ ਮਾਨਤਾ ਦਿੱਤੀ ਹੋਈ ਆ। ਔਰ ਪਹਿਲੀ ਵਾਰੀ ਜਦ ਮੋਦੀ ਸਰਕਾਰ ਬਣੀ ਆ, ਸਾਡੀ ਸਟੇਜ ਤੋਂ ਇਹਨਾਂ ਨੇ ਅਨਾਊਂਸ ਕਰਿਆ ਵੀ ਤੁਹਾਨੂੰ ਸਵਾਮੀਨਾਥਨ ਕਮੇਟੀ ਦੇਵਾਂਗੇ। 18 'ਚ ਅਸੀਂ 50,000 ਤੋਂ ਉੱਤੇ ਕਿਸਾਨ ਹਰਿਦੁਆਰ ਤੋਂ ਚੱਲ ਪਏ ਸੀ, ਉੱਥੇ ਲਾਠੀ ਚਾਰਜ ਹੋਇਆ, ਗੋਲੀ ਚੱਲੀ, ਟੀਅਰ ਗੈਸ ਚੱਲੀ, ਰਾਤ ਦੇ 3 ਵਜੇ ਤੱਕ ਸਾਡੀਆਂ ਮੀਟਿੰਗਾਂ ਚੱਲੀਆਂ। ਸਾਡੇ ਕੋਲ ਮੰਨੇ ਵੀ ਜਿਹੜੀ ਵੀ ਫਸਲ MSP ਤੋਂ ਘੱਟ ਵਿਕੂਗੀ ਰੇਟ, ਆ ਮੱਕੀ ਰੁੜਦੀ ਨਹੀਂ,
ਉਹ ਸੈਂਟਰ ਪੈਸੇ ਦੇਊਗਾ। ਬਿਲਕੁਲ ਠੀਕ ਹੈ। ਮੈਂ ਆਖਰੀ ਹੁਣ ਸਵਾਲ ਰਾਜਾ ਕਹਿੰਦਾ ਸੈਂਟਰ ਨਹੀਂ ਭੇਜਦਾ, ਉਹ ਕਹਿੰਦੇ ਲੈਣ ਨਹੀਂ ਆਇਆ। ਤੁਸੀਂ ਕਹਿ ਹੀ ਰਾਜਾ ਦਿੰਦੇ ਹੋ, ਮੁੱਖ ਮੰਤਰੀ ਕਿਆ ਕਰੋ। ਚਲੋ ਮੁੱਖ ਮੰਤਰੀ ਕਹਿ ਲਓ, ਉਹ ਰਾਜਿਆਂ ਨੂੰ ਗਾਲਾਂ ਜ਼ਿਆਦਾ ਕੱਢਦੇ, ਮੁੱਖ ਮੰਤਰੀ ਨੂੰ ਘੱਟ ਕੱਢਦੇ। ਠੀਕ ਹੈ, ਆਖਰੀ ਸਵਾਲ ਮੇਰਾ ਕਾਦੀਆ ਸਾਹਿਬ ਤੁਹਾਨੂੰ ਹੈ, ਜਿਹੜੀਆਂ ਬਾਕੀ 12 ਜਥੇਬੰਦੀਆਂ ਦੀ ਗੱਲ ਹੋ ਰਹੀ ਹੈ, ਕੀ ਉਹਨਾਂ ਨਾਲ ਕੋਈ ਡਿਫਰੈਂਸਸ ਨੇ ਜਾਂ ਹਾਲੇ ਇਕੱਠੇ ਹੀ ਨਹੀਂ ਹੋ ਸਕੇ, ਹਾਲੇ ਗੱਲਬਾਤ ਹੀ ਨਹੀਂ ਹੋਈ? ਕਿਉਂਕਿ ਕਾਲ ਜਿਹੜੀ ਹੈ 25 ਤਰੀਕ ਦੀ ਕਾਲ ਹੈ, 24 ਤੇ 26 ਤੱਕ ਜਿਹੜੀ ਰੇਲ ਰੋਕੋ ਦੀ ਕਾਲ ਹੈ, ਤੁਸੀਂ ਹਾਲੇ ਕਨਫਰਮ ਨਹੀਂ ਕਰ ਰਹੇ ਉਹਦੇ ਬਾਰੇ। ਉਹਦੇ ਬਾਰੇ ਤਾਂ ਨਹੀਂ ਕਨਫਰਮ ਕਰ ਰਹੇ ਜੀ। ਸਾਡੀ ਜਿਹੜੀ ਜਥੇਬੰਦੀ ਆ, ਆਹ ਇਕੱਠ ਤਾਲਮੇਲ ਹੋਈ ਆ 13 ਜਥੇਬੰਦੀਆਂ ਦੀ, ਇਹਨਾਂ ਦੀ ਹਾਲ ਤੱਕ ਉਹਨਾਂ ਨਾਲ ਤਾਲਮੇਲ ਹੀ ਨਹੀਂ ਹੋਇਆ ਸੀ। ਉਹਨਾਂ ਨੇ ਕਾਲ ਪਹਿਲਾਂ ਦੇਤੀ ਆ, ਪਰ ਹੁਣ ਸਾਨੂੰ ਫੋਨ ਕਰਕੇ ਤਾਲਮੇਲ ਕਰ ਰਹੇ ਆ। ਅਸੀਂ ਵੀ 5 ਮੈਂਬਰੀ ਕਮੇਟੀ ਬਣਾ ਕੇ ਕੱਲ ਉਹਨਾਂ ਨੂੰ ਮਿਲਣ ਜਾ ਰਹੇ ਆ ਵੀ ਵੱਡੇ ਤੌਰ ਤੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਜਾਣ। ਜਿਵੇਂ ਤੁਸੀਂ ਹੁਣ ਇੱਥੇ ਡਿਫਰੈਂਸਿਸ ਪੁੱਛਦੇ ਸੀ, ਡਿਫਰੈਂਸਿਸ ਨੂੰ ਨਾ ਕਰਿਆ ਕਰੋ। ਜਦੋਂ ਸਾਡੇ ਤੇ, ਮੈਂ ਆਮ ਆਵਾਮ ਨੂੰ ਇਹ ਕਹਿਣਾ ਚਾਹੁੰਦਾ, ਜਦੋਂ ਭਾਰ ਹੀ ਏਡਾ ਵੱਡਾ ਸਿੱਟ ਗਿਆ, ਸਰਕਾਰ ਸਾਡੀ, ਅੰਗਰੇਜ਼ਾਂ ਨੇ ਰਾਜ 'ਚ ਐਡਾ ਮਾੜਾ ਲਾਅ ਨਹੀਂ ਬਣੇ ਜਿੰਨੇ ਹੁਣ ਬਣ ਗਏ। ਦਿੱਲੀ ਦੇ ਵਿੱਚ ਸਾਨੂੰ ਐਂਟਰ ਨਹੀਂ ਹੋਣ ਦਿੱਤਾ ਗਿਆ। ਅਸੀਂ ਇੱਥੇ ਗਵਰਨਰ ਨੂੰ ਮੰਗ ਪੱਤਰ ਦੇਣ ਗਏ, ਮੰਗ ਪੱਤਰ ਨਹੀਂ ਲਿੱਤਾ ਸਾਡੇ ਤੋਂ ਗਵਰਨਰ ਨੇ। ਜਦੋਂ ਹਾਲਾਤ ਕਿਸਾਨ ਦੇ ਇਹੋ ਜਿਹੇ ਬਣ ਚੁੱਕੇ ਆ, ਇਹ ਜਿੰਨੀਆਂ ਵੀ ਜਥੇਬੰਦੀਆਂ ਕਿਸਾਨ ਨਾਲ ਲੜ ਰਹੀਆਂ ਨੇ। ਪੋਜ਼ਿਟਿਵ ਹੋ 25 ਔਰ 24 26 ਵਾਲਾ ਰੇਲ ਰੋਕੋ, ਉਹਨੂੰ ਲੈ ਕੇ ਪੋਜ਼ਿਟਿਵ ਹੋ? ਮੈਂ ਇਹ ਨਹੀਂ ਕਹਿ ਰਿਹਾ ਤੁਸੀਂ ਕੋਈ ਫੈਸਲਾ ਸੁਣਾ ਦਿਓ, ਪਰ ਮੈਂ ਰਾਏ ਜਾਣ ਰਿਹਾ ਤੁਹਾਡੀ। ਮੈਂ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਇਕੱਠੇ ਕਰਨ 'ਚ ਪੋਜ਼ਿਟਿਵ ਆ। ਹਰਿਆਣੇ ਦੀਆਂ ਤੇ ਮਾਝ ਹਿੰਦੁਸਤਾਨ ਦੀਆਂ ਸਾਰੇ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਦੇ ਵਿੱਚ ਪੋਜ਼ਿਟਿਵ ਆ। ਵੀ ਪਹਿਲਾਂ ਉਹ ਕੰਮ ਕਰ ਲਈਏ, ਜਿੱਦਣ ਅਸੀਂ ਇਕੱਠੇ ਹੋ ਗਏ, ਲੜਾਈ ਤਾਂ ਸਿਆਸਤਦਾਨਾਂ ਨੂੰ ਪਤਾ ਲੱਗ ਹੀ ਗਈ ਵੀ ਜਿੱਤ ਹੀ ਜਾਣਗੇ। ਤਾਂ ਉਹ ਫਾਈਨਲ ਕਾਲ ਉਸ ਤੋਂ ਬਾਅਦ ਹੋਊ। ਫਾਈਨਲ ਕਾਲ ਉਸ ਤੋਂ ਬਾਅਦ ਹੋਊ, ਜਦੋਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਕਰਨਗੀਆਂ। ਬਹੁਤ ਧੰਨਵਾਦ ਸਾਰਿਆਂ ਦਾ ਗੱਲਬਾਤ ਕਰਨ ਵਾਸਤੇ। ਸੋ ਜਿਹੜੀ ਫਾਈਨਲ ਕਾਲ ਹੈ, ਇਸੇ 5 ਮੈਂਬਰੀ ਕਮੇਟੀ ਨੇ ਬਾਕੀ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਫਾਈਨਲ ਕਰਨੀ ਹੈ ਤੇ ਫਿਰ ਉਸ ਤੋਂ ਬਾਅਦ ਫੈਸਲਾ ਜਿਹੜਾ ਹੈ ਆਪਣਾ ਦੇਣਗੇ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਲੁਧਿਆਣਾ।